ਗੁੱਡ ਈਵਨਿੰਗ ਜੀ। ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ RH ਸਟੱਡੀ ਦੇ ਵਿੱਚ। ਆਪਣੇ ਕਲਾਸਿਸ ਜਿਹੜੀ ਹਿਸਟਰੀ ਦੇ ਨਾਲ ਚੱਲ ਰਹੀ ਸੀ, ਖਾਸ ਕਰਕੇ ਜਿਹੜੇ ਬੱਚੇ ਮਾਸਟਰ ਕੇਡਰ ਹਿਸਟਰੀ ਤਿਆਰੀ ਕਰ ਰਹੇ ਨੇ, PS ਟੈਟ ਤੇ C ਟੈਟ ਵੱਲ ਜਿੰਨਾ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ, ਇਹ ਕਲਾਸਾਂ ਉਹਨਾਂ ਵਾਸਤੇ ਬੈਨੀਫਿਟ ਨੇ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਨੂੰ, ਹਿਸਟਰੀ ਇਸ ਦੇ ਵਿੱਚ ਆਉਂਦੀ ਹੀ ਆਉਂਦੀ ਹੈ। ਸੋ ਸਭ ਤੋਂ ਪਹਿਲਾਂ ਜਿਹੜੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਨੇ ਬੱਚੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਵੀਡੀਓ ਲਾਈਕ ਕਰਨਾ, ਸ਼ੇਅਰ ਵੀ ਜ਼ਰੂਰ ਕਰਨਾ। ਆਓ ਸਟਾਰਟ ਕਰਦੇ ਹਾਂ ਆਪਣਾ ਇਹਦਾ ਚੈਪਟਰ। ਪਰਸੋਂ ਜਿਹੜਾ ਆਪਾਂ ਇੱਕ ਚੈਪਟਰ ਕੀਤਾ ਸੀ, ਜਿਸ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕੁਸ਼ਾਣ ਵੰਸ਼। ਕੁਸ਼ਾਣ ਭਾਵ ਰਾਜੇ ਕਨਿਸ਼ਕ ਬਾਰੇ ਪੜ੍ਹੇ ਸੀ ਆਪਾਂ। ਅੱਜ ਦਾ ਜਿਹੜਾ ਆਪਣਾ ਚੈਪਟਰ ਉਹ ਹੈ ਸਤਵਾਹਨ ਵੰਸ਼। ਸਾਤਵਾਹਨ ਵੰਸ਼, ਟੌਪਿਕ ਨੰਬਰ 4। ਚੈਨਲ ਨੂੰ ਸਬਸਕ੍ਰਾਈਬ ਕਰਨਾ। ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਪਿੱਛੇ ਕਲਾਸਾਂ ਬਣ ਚੁੱਕੀਆਂ ਨੇ, ਤੁਸੀਂ ਉਹਨਾਂ ਦੇ ਲਿੰਕ ਨਾਲ ਸਾਡੇ ਨਾਲ ਜੁੜ ਸਕਦੇ ਹੋ। ਹੁਣ ਅੱਗੇ ਦੇਖੋ ਜੀ, ਸਾਤਵਾਹਨ ਵੰਸ਼ ਜਿਹੜੇ ਮੌਰੀਆ ਤੋਂ ਬਾਅਦ ਹੋਏ ਨੇ। ਜਿਹੜਾ ਗੁਪਤ ਵੰਸ਼, ਮੌਰੀਆ ਵੰਸ਼, ਉਹ ਜਿਹੜੇ ਮੌਰੀਆ ਵੰਸ਼ ਵਾਲੇ ਸੀ, ਚੰਦਰਗੁਪਤ ਮੌਰੀਆ ਵਾਲਾ, ਉਸ ਤੋਂ ਬਾਅਦ ਇਹ ਵੰਸ਼ ਹੋਇਆਗਾ। ਸਾਤਵਾਹਨ ਕਹਿੰਦੇ ਪ੍ਰਾਚੀਨ ਭਾਰਤ ਦਾ ਇੱਕ ਰਾਜਵੰਸ਼ ਸੀਗਾ। ਪ੍ਰਾਚੀਨ ਭਾਰਤ, ਇਹ ਪ੍ਰਾਚੀਨ ਭਾਰਤ ਭਾਵ ਪੁਰਾਣੇ ਭਾਰਤ ਦਾ ਇੱਕ ਕੀ ਸੀਗਾ, ਰਾਜਵੰਸ਼ ਸੀਗਾ। ਠੀਕ ਹੈ ਜੀ। ਇਹਨਾਂ ਕਹਿੰਦੇ ਪਹਿਲੀ ਸ਼ਤਾਬਦੀ ਈਸਾ ਪੂਰਵ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਸੁਤੰਤਰ ਰਾਜ ਦੀ ਜਿਹੜੀ ਸਥਾਪਨਾ ਸੀ ਉਹ ਕੀਤੀ ਸੀ। ਪਹਿਲੀ ਸ਼ਤਾਬਦੀ ਈਸਾ ਪੂਰਵ ਦੇ ਵਿੱਚ ਦੱਖਣੀ ਭਾਰਤ ਦੇ ਵੱਲ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਸੀ। ਕਿਹਨਾਂ ਨੇ? ਸਾਤਵਾਹਨ ਨੇ। ਇਹ ਮੌਰੀਆ ਵੰਸ਼ ਤੋਂ ਬਾਅਦ ਹੀ ਜ਼ਿਆਦਾ ਜਿਹੜੇ ਸ਼ਕਤੀਸ਼ਾਲੀ ਹੋਏ ਨੇ, ਕਿਉਂਕਿ ਆਪਾਂ ਮੌਰੀਆ ਵੰਸ਼ ਬਾਰੇ ਪੜ੍ਹ ਚੁੱਕੇ ਹਾਂ। ਮੌਰੀਆ ਵੰਸ਼ ਵੀ ਜਿਹੜਾ ਬਹੁਤ ਸ਼ਕਤੀਸ਼ਾਲੀ ਸੀਗਾ, ਪਰ ਇਹ ਮੌਰੀਆ ਤੋਂ ਬਾਅਦ ਆਉਣ ਵਾਲਾ ਵੰਸ਼ ਸੀਗਾ ਜਿਹੜਾ ਬਹੁਤ ਸ਼ਕਤੀਸ਼ਾਲੀ ਹੋਇਆ। ਠੀਕ ਹੈ ਜੀ। ਅਸ਼ੋਕ ਦੀ ਮੌਤ ਤੋਂ ਬਾਅਦ, ਕਹਿੰਦੇ ਅਸ਼ੋਕ ਦੀ ਮੌਤ ਕਦੋਂ ਹੋਈ ਸੀ? 232 ਈਸਾ ਪੂਰਵ ਦੇ ਵਿੱਚ। ਇਸ ਤੋਂ ਬਾਅਦ ਹੀ ਕਹਿੰਦੇ ਸਾਤਵਾਹਨਾਂ ਨੇ ਖੁਦ ਨੂੰ ਸੁਤੰਤਰ ਰਾਜ ਜਿਹੜਾ ਘੋਸ਼ਿਤ ਕੀਤਾ ਸੀਗਾ। ਸੁਤੰਤਰ ਦਾ ਭਾਵ ਹੁੰਦਾ ਜਿਹੜੇ ਰਾਜੇ ਆਪਣੇ ਪੈਰਾਂ ਸਿਰ ਖੜੇ ਹੋ ਸਕਣ, ਸ਼ਕਤੀਸ਼ਾਲੀ ਹੋਣ, ਉਹੀ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰਦੇ ਨੇ। ਠੀਕ ਹੈ ਜੀ। ਸਾਤਵਾਹਨਾਂ ਦੀ ਕਹਿੰਦੇ ਜਿਹੜੀ ਰਾਜਧਾਨੀ ਸੀ ਉਹ ਪ੍ਰਤਿਸ਼ਠਾਨ ਜਾਂ ਪੈਠਨ ਸੀ। ਪੇਪਰ ਦੇ ਵਿੱਚ ਪ੍ਰਤਿਸ਼ਠਾਨ ਵੀ ਆ ਸਕਦਾ, ਪੈਠਨ ਵੀ ਆ ਸਕਦਾ ਹੈ। ਇਹ ਛੋਟੀ ਛੋਟੀ ਚੀਜ਼ਾਂ ਨੂੰ ਥੋੜਾ ਧਿਆਨ ਨਾਲ ਨੋਟ ਕਰ ਲਿਆ ਕਰੋ। ਠੀਕ ਹੈ ਜੀ। ਅੱਗੇ ਦੇਖੋ, ਵਾਯੂ ਪੁਰਾਣ ਦੇ ਵਿੱਚ ਕਹਿੰਦੇ 19 ਸਾਤਵਾਹਨਾਂ ਦੇ ਸ਼ਾਸਨ ਦੀ ਜਿਹੜੀ ਜਾਣਕਾਰੀ ਉਹ ਮਿਲਦੀ ਹੈ। ਵਾਯੂ ਪੁਰਾਣ ਹੋਇਆ ਜਿਹੜਾ, ਉਸ ਦੇ ਵਿੱਚ 19 ਸਾਤਵਾਹਨ ਸ਼ਾਸਕਾਂ ਦੇ ਸ਼ਾਸਨ ਦੀ ਕੀ ਮਿਲਦੀ ਹੈ, ਜਾਣਕਾਰੀ ਪ੍ਰਾਪਤ ਹੁੰਦੀ ਹੈ। ਹੁਣ ਦੇਖੋ, ਇਹ ਬਹੁਤ ਜ਼ਿਆਦਾ ਜਿਹੜੀ ਇੰਪੋਰਟੈਂਟ ਚੀਜ਼ ਹੈ। ਇੰਡੀਆ ਦੇ ਵਿੱਚ ਸ਼ੀਸ਼ੇ ਦਾ ਇੱਕ ਸਿੱਕਾ ਚਲਾਇਆ ਸੀਗਾ, ਉਹ ਕਿਹਨਾਂ ਦੁਆਰਾ ਸਭ ਤੋਂ ਪਹਿਲਾਂ ਚਲਾਇਆ ਗਿਆ ਸੀ? ਸਾਤਵਾਹਨ ਵੰਸ਼ ਸੀ ਜਿਹੜਾ, ਇਹਨਾਂ ਦੁਆਰਾ ਸਭ ਤੋਂ ਪਹਿਲਾਂ ਚਲਾਇਆ ਗਿਆ ਸੀਗਾ ਸ਼ੀਸ਼ੇ ਦਾ ਸਿੱਕਾ। ਇਹ ਜਿਹੜਾ ਸ਼ੀਸ਼ੇ ਦਾ ਸਿੱਕਾ ਸੀ, ਕਹਿੰਦੇ ਇਹ ਰੋਮ ਤੋਂ ਲਿਆਂਦਾ ਜਾਂਦਾ ਸੀਗਾ। ਉਸ ਟਾਈਮ ਦੇ ਵਿੱਚ ਪ੍ਰਾਚੀਨ ਭਾਰਤ ਦੇ ਸਮੇਂ ਜਿਹੜਾ ਵਪਾਰ ਸੀਗਾ, ਨਿਰਯਾਤ ਦੀ ਚੀਜ਼ਾਂ ਸੀਗੀਆਂ, ਉਹ ਰੋਮ ਵੱਲ ਭੇਜੀਆਂ ਜਾਂਦੀਆਂ ਸੀ, ਅਤੇ ਰੋਮ ਤੋਂ ਵੀ ਜਿਹੜੇ ਕੁਝ ਚੀਜ਼ਾਂ ਉਹ ਮੰਗਵਾਈਆਂ ਜਾਂਦੀਆਂ ਸੀ। ਬਦਲੇ ਦੇ ਵਿੱਚ ਰੋਮ ਤੋਂ ਸੋਨਾ ਆਉਂਦਾ ਸੀਗਾ, ਮਹਿੰਗੇ ਮਹਿੰਗੇ ਚੀਜ਼ਾਂ ਜਿਵੇਂ ਸ਼ੀਸ਼ਾ ਆ ਗਿਆ। ਠੀਕ ਹੈ, ਇਹ ਚੀਜ਼ਾਂ ਲਿਆਂਦੀਆਂ ਜਾਂਦੀਆਂ ਸੀਗੀਆਂ। ਸਾਤਵਾਹਨ ਵੰਸ਼ ਦਾ ਕਹਿੰਦੇ ਜਿਹੜਾ ਸੰਸਥਾਪਕ ਸੀਗਾ ਉਹ ਸਿਮੁਕ ਸੀਗਾ। ਸਾਤਵਾਹਨ ਜਿਹੜੇ ਸ਼ਾਸਕ ਹੋਏ ਨੇ, ਇਹਨਾਂ ਦਾ ਜਿਹੜਾ ਸੰਸਥਾਪਕ ਸੀਗਾ ਉਹ ਸਿਮੁਕ ਸੀ। ਸ਼ਾਂਤਕਰਨੀ ਇਸ ਵੰਸ਼ ਦਾ ਸਭ ਤੋਂ ਜਿਹੜਾ ਪਹਿਲਾ ਸ਼ਕਤੀਸ਼ਾਲੀ ਸ਼ਾਸਕ ਹੋਇਆ। ਸ਼ਾਂਤਕਰਨੀ ਇਸ ਵੰਸ਼ ਦਾ ਸਭ ਤੋਂ ਪਹਿਲਾ, ਜਾਂ ਇਹ ਕਹਿ ਲਓ ਸਭ ਤੋਂ ਜ਼ਿਆਦਾ ਜਿਹੜੇ ਸ਼ਕਤੀਸ਼ਾਲੀ ਸ਼ਾਸਕ ਹੋਇਆ। ਠੀਕ ਹੈ ਜੀ। ਅੱਗੇ ਦੇਖੋ, ਸ਼ਾਂਤਕਰਨੀ ਨੇ ਕਹਿੰਦੇ ਰਾਜਸੂ ਅਤੇ ਅਸ਼ਵਮੇਵ ਯੱਗ ਕੀਤੇ ਸੀ। ਹੁਣ ਜਿਹੜੇ ਸ਼ਾਂਤਕਰਨੀ ਸੀਗਾ, ਇਸ ਨੇ 2 ਯੱਗ ਕੀਤੇ ਸੀ, ਪਹਿਲਾ ਰਾਜਸੂਈ ਤੇ ਦੂਸਰਾ ਅਸ਼ਵਮੇਵ। ਸ਼ਾਂਤਕਰਨੀ ਨੇ ਕਹਿੰਦੇ ਦੱਖਣ ਪੱਧਤੀ ਦੀ ਜਿਹੜੀ ਉਪਾਧੀ ਸੀ ਉਹ ਧਾਰਨ ਕੀਤੀ ਸੀ। ਉਪਾਧੀ ਵੀ ਧਾਰਨ ਕੀਤੀ ਸੀ, ਦੱਖਣ ਪੱਧਤੀ। ਠੀਕ ਹੈ ਜੀ। ਕਿਹਨਾਂ ਦੁਆਰਾ? ਸ਼ਾਂਤਕਰਨੀ ਦੁਆਰਾ। ਹੁਣ ਦੇਖੋ ਅੱਗੇ ਇਹ ਵੀ ਰਾਜੇ ਹੋਏ ਨੇ, ਹਲ ਅਤੇ ਗੌਤਮੀ ਪੁੱਤਰ ਸ਼ਾਂਤਕਰਨੀ। ਇੱਕ ਹੋਇਆ ਹਲ, ਦੂਸਰਾ ਹੋਇਆ ਗੌਤਮੀ ਪੁੱਤਰ। ਗੌਤਮੀ ਪੁੱਤਰ ਸ਼ਾਂਤਕਰਨੀ ਸਾਤਵਾਹਨ ਵੰਸ਼ ਦੇ ਕਹਿੰਦੇ ਜਿਹੜੇ ਪ੍ਰਮੁੱਖ ਸ਼ਾਸਕ ਹੋਏ ਨੇ। ਠੀਕ ਹੈ ਜੀ। ਅੱਗੇ ਦੇਖੋ,
ਹਲ ਹੈ ਜਿਹੜਾ ਪ੍ਰਾਕ੍ਰਿਤ ਭਾਸ਼ਾ ਦਾ ਕਵੀ ਸੀਗਾ। ਹੁਣ ਜਿਹੜਾ ਰਾਜਾ ਹਲ ਹੋਇਆ ਉਹ ਪ੍ਰਾਕ੍ਰਿਤਕ ਭਾਸ਼ਾ ਦਾ ਕੀ ਸੀਗਾ? ਕਵੀ ਸੀ। ਜਿਵੇਂ ਪਾਲੀ ਭਾਸ਼ਾ ਪ੍ਰਾਕ੍ਰਿਤਕ ਭਾਸ਼ਾ ਹਨਾ, ਆਪਣੀ ਜਿਵੇਂ ਗੁਰਮੁਖੀ ਹੋ ਗਈ, ਇਸੇ ਤਰ੍ਹਾਂ ਜਿਹੜਾ ਹਲ ਸੀਗਾ ਉਹ ਪ੍ਰਾਕ੍ਰਿਤਕ ਭਾਸ਼ਾ ਦਾ ਕੀ ਸੀਗਾ? ਕਵੀ ਸੀਗਾ। ਗੌਤਮੀ ਪੁੱਤਰ ਸ਼ਾਂਤਕਰਨੀ ਨੇ ਕਹਿੰਦੇ ਸ਼ਕ ਅਤੇ ਪਾਰਥਨੀਆਂ ਨੂੰ ਹਰਾਇਆ ਸੀ। ਪਾਰਥੀਅਨ ਨਹੀਂ ਹੁੰਦੇ ਜਿਹੜੇ, ਪਾਰਥੀਅਨ, ਸ਼ਕਾਂ ਅਤੇ ਪਾਰਥਨੀਆਂ ਨੂੰ ਹਰਾਇਆ ਸੀਗਾ ਗੌਤਮੀ ਪੁੱਤਰ ਸ਼ਾਂਤਕਰਨੀ ਵੱਲੋਂ। ਗੌਤਮੀ ਪੁੱਤਰ ਸ਼ਾਂਤਕਰਨੀ ਨੇ ਕਹਿੰਦੇ ਸਾਤਵਾਹਨ ਸ਼ਕਤੀ ਨੂੰ ਬਹੁਤ ਜ਼ਿਆਦਾ ਵਧਾਇਆ ਅਤੇ 130 ਈਸਾ ਪੂਰਵ ਦੇ ਵਿੱਚ ਇਹਨਾਂ ਦੀ ਕੀ ਹੋ ਗਈ ਸੀ? ਡੈਥ ਹੋ ਗਈ ਸੀ ਸ਼ਾਂਤਕਰਨੀ ਦੀ। ਠੀਕ ਹੈ ਜੀ। ਸੋ ਜਿਹੜੀ ਅੱਜ ਦਾ ਟੌਪਿਕ ਸੀ ਬਸ ਇੰਨਾ ਹੀ ਸੀ। ਕੱਲ੍ਹ ਨੂੰ ਆਪਾਂ ਇੱਕ ਨਵਾਂ ਜਿਹੜਾ ਚੈਪਟਰ ਸਟਾਰਟ ਕਰਾਂਗੇ। ਸੋ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਸੋ ਥੈਂਕ ਯੂ।